ਦੁਪਹਿਰ ਦਾ 1 ਵੱਜਿਆ ਹੋਇਆ ਸੀ। ਅੱਜ ਫਿਰ ਮੇਰੀ ਭੈਣ ਰੋਂਦੇ ਹੋਏ ਮੇਰੇ ਘਰ ਆਈ ਸੀ। ਆਪਣੀ ਭੈਣ ਦੀ ਹਾਲਤ ਦੇਖ ਕੇ ਮੈਨੂੰ ਉਸ 'ਤੇ ਤਰਸ ਆ ਗਿਆ ਸੀ। ਇਸ ਤਰ੍ਹਾਂ ਲੱਗ ਰਹੀ ਸੀ ਜਿਵੇਂ ਕੋਈ ਮੰਗਤੀ ਹੋਵੇ। ਉਹ ਪਹਿਲਾਂ ਤਾਂ ਅਜਿਹੀ ਨਹੀਂ ਸੀ। ਵਿਆਹ ਤੋਂ ਪਹਿਲਾਂ ਤਾਂ ਉਹ ਐਸ਼ੋ-ਆਰਾਮ ਦੀ ਜ਼ਿੰਦਗੀ ਬਤੀਤ ਕਰਦੀ ਸੀ। ਅੱਜ ਫਿਰ ਮੇਰੀ ਭੈਣ ਨੂੰ ਉਸਦੇ ਪਤੀ ਨੇ ਬਿਨਾਂ ਕਿਸੇ ਕਾਰਨ ਦੇ ਮਾਰਿਆ ਸੀ। ਉਹ ਰੋਂਦੇ ਹੋਏ ਮੈਨੂੰ ਆਪਣੇ ਦੁੱਖੜੇ ਸੁਣਾ ਰਹੀ ਸੀ। ਉਹ ਕਹਿ ਰਹੀ ਸੀ ਕਿ ਮੈਨੂੰ ਰੋਜ਼-ਰੋਜ਼ ਤੇਰੇ ਘਰ ਆਉਣਾ ਚੰਗਾ ਨਹੀਂ ਲੱਗਦਾ, ਪਰ ਮੈਂ ਕੀ ਕਰਾਂ, ਮੈਂ ਮਜਬੂਰ ਹਾਂ। ਮੈਂ ਉਸ ਨੂੰ ਕਿਹਾ, ਤੂੰ ਚਿੰਤਾ ਨਾ ਕਰ, ਮੈਂ ਆਪਣੇ ਪਤੀ ਨਾਲ ਗੱਲ ਕਰਾਂਗੀ, ਉਹ ਤੇਰੇ ਪਤੀ ਨੂੰ ਸਮਝਾ ਦੇਣਗੇ, ਹੋ ਸਕਦਾ ਹੈ ਉਸ ਨੂੰ ਅਕਲ ਆ ਜਾਵੇ। ਬਸ ਤੂੰ ਚਿੰਤਾ ਨਾ ਕਰ, ਸਭ ਕੁਝ ਠੀਕ ਹੋ ਜਾਵੇਗਾ। ਫਿਰ ਕੁਝ ਸੋਚਣ ਤੋਂ ਬਾਅਦ ਮੈਂ ਉਸ ਨੂੰ ਕਿਹਾ ਕਿ ਤੂੰ ਆਪਣੇ ਪਤੀ ਤੋਂ ਤਲਾਕ ਕਿਉਂ ਨਹੀਂ ਲੈ ਲੈਂਦੀ, ਉਸ ਤੋਂ ਆਪਣੀ ਜਾਨ ਛੁਡਾ ਲੈ। ਅਜਿਹੇ ਇਨਸਾਨ ਨਾਲ ਰਹਿਣ ਦਾ ਫਾਇਦਾ ਹੀ ਕੀ ਹੈ, ਜਿਸ ਨੇ ਮਾਰ ਕੁੱਟ ਤੋਂ ਸਿਵਾ ਹੋਰ ਦਿੱਤਾ ਹੀ ਕੀ ਹੈ। ਮੇਰੀ ਭੈਣ ਨੇ ਬੜੀ ਅਜੀਬ ਨਜ਼ਰ ਨਾਲ ਮੇਰੇ ਵੱਲ ਦੇਖਿਆ। ਫਿਰ ਕਹਿਣ ਲੱਗੀ, ਮੈਂ ਤਲਾਕ ਲੈ ਕੇ ਕਿੱਥੇ ਜਾਵਾਂਗੀ, ਆਪਣੇ ਤਾਂ ਮਾਂ ਪਿਓ ਵੀ ਜਿਉਂਦੇ ਨਹੀਂ ਹਨ। ਮੈਂ ਉਸਦੀ ਗੱਲ ਸੁਣ ਕੇ ਚੁੱਪ ਕਰ ਗਈ। ਮੈਂ ਕਿਹਾ, ਆਪਾਂ ਖਾਣਾ ਖਾਂਦੇ ਹਾਂ। ਮੈਂ ਰਸੋਈ ਵਿੱਚ ਬਿਜ਼ੀ ਹੋ ਗਈ। ਮੇਰੇ ਪਤੀ ਵੀ ਦੁਪਹਿਰ ਦਾ ਖਾਣਾ ਖਾਣ ਲਈ ਘਰ ਆ ਗਏ। ਕਹਿਣ ਲੱਗੇ ਕਿ ਤੂੰ ਪਹਿਲਾਂ ਕਿਉਂ ਨਹੀਂ ਦੱਸਿਆ ਕਿ ਤੇਰੀ ਭੈਣ ਫਿਰ ਆਈ ਹੋਈ ਹੈ। ਮੈਂ ਕਿਹਾ, ਹੌਲੀ ਬੋਲੋ, ਜੇ ਉਸਨੇ ਸੁਣ ਲਿਆ ਤਾਂ ਉਸਨੂੰ ਬੁਰਾ ਲੱਗੇਗਾ। ਮੇਰੇ ਪਤੀ ਹੋਰ ਜ਼ਿਆਦਾ ਗੁੱਸੇ ਵਿੱਚ ਬੋਲੇ, ਉਸ ਦੀਆਂ ਕਰਤੂਤਾਂ ਸਹੀ ਨਹੀਂ ਹਨ, ਇਸ ਲਈ ਆਪਣੇ ਪਤੀ ਤੋਂ ਕੁੱਟ ਖਾਂਦੀ ਹੈ। ਮੈਂ ਆਪਣੇ ਪਤੀ ਨੂੰ ਕਿਹਾ ਕਿ ਸਾਰੇ ਮਰਦ ਤੁਹਾਡੇ ਵਰਗੇ ਨਹੀਂ ਹੁੰਦੇ, ਦੁਨੀਆ ਵਿੱਚ ਬੁਰੇ ਲੋਕ ਵੀ ਹਨ। ਮੇਰੀ ਗੱਲ ਸੁਣ ਕੇ ਉਹ ਚੁੱਪ ਕਰ ਗਏ। ਮੈਂ ਜਦੋਂ ਖਾਣਾ ਖਾ ਕੇ ਆਈ ਤਾਂ ਮੇਰੀ ਭੈਣ ਮੇਰੇ ਪਤੀ ਨੂੰ ਰੋ-ਰੋ ਕੇ ਆਪਣੇ ਦੁੱਖੜੇ ਸੁਣਾ ਰਹੀ ਸੀ। ਮੇਰੇ ਪਤੀ ਚੁੱਪਚਾਪ ਸਭ ਸੁਣ ਰਹੇ ਸਨ। ਖੈਰ, ਅਸੀਂ ਸਭ ਨੇ ਖਾਣਾ ਖਾਧਾ। ਮੇਰੇ ਪਤੀ ਆਫਿਸ ਚਲੇ ਗਏ। ਜਦੋਂ ਮੇਰੀ ਭੈਣ ਆਪਣੇ ਘਰ ਵਾਪਸ ਜਾਣ ਲੱਗੀ ਤਾਂ ਮੈਂ ਉਸਨੂੰ ਕੁਝ ਪੈਸੇ ਦੇ ਦਿੱਤੇ। ਉਹ ਮਨਾ ਕਰ ਰਹੀ ਸੀ, ਪਰ ਮੈਂ ਜ਼ਬਰਦਸਤੀ ਉਸਨੂੰ ਪੈਸੇ ਦੇ ਦਿੱਤੇ। ਰਾਤ ਨੂੰ ਜਦੋਂ ਮੇਰੇ ਪਤੀ ਆਏ ਤਾਂ ਮੈਂ ਉਹਨਾਂ ਨਾਲ ਆਪਣੀ ਭੈਣ ਬਾਰੇ ਗੱਲ ਕੀਤੀ ਕਿ ਕੁਝ ਦਿਨ ਲਈ ਮੈਂ ਆਪਣੀ ਭੈਣ ਨੂੰ ਆਪਣੇ ਕੋਲ ਰੱਖ ਲਵਾਂ। ਇਹ ਸੁਣ ਕੇ ਮੇਰੇ ਪਤੀ ਨੂੰ ਬਹੁਤ ਗੁੱਸਾ ਆ ਗਿਆ। ਉਹ ਕਹਿਣ ਲੱਗੇ, ਹਰਗਿਜ਼ ਨਹੀਂ, ਤੇਰੀਆਂ ਅੱਖਾਂ 'ਤੇ ਭੈਣ ਦੇ ਪਿਆਰ ਦੀ ਪੱਟੀ ਬੰਨ੍ਹੀ ਹੋਈ ਹੈ। ਪਰ ਮੈਂ ਪੁਰਾਣੀਆਂ ਗੱਲਾਂ ਭੁੱਲ ਨਹੀਂ ਪਾਇਆ। ਤੂੰ ਵੀ ਕਦੇ-ਕਦੇ ਬੈਠ ਕੇ ਯਾਦ ਕਰ ਲਿਆ ਕਰ। ਉਹਨਾਂ ਦੀਆਂ ਗੱਲਾਂ ਸੁਣ ਕੇ ਮੈਂ ਅੰਦਰ ਤੋਂ ਟੁੱਟ ਗਈ। ਮੇਰੀਆਂ ਅੱਖਾਂ ਵਿੱਚ ਹੰਝੂ ਆ ਗਏ। ਮੈਂ ਸੋਚਣ ਲਈ ਮਜਬੂਰ ਹੋ ਗਈ ਕਿ ਮੇਰੇ ਪਤੀ ਮੇਰੀ ਭੈਣ ਨਾਲ ਨਫ਼ਰਤ ਸਿਰਫ ਤੇ ਸਿਰਫ ਮੇਰੀ ਵਜ੍ਹਾ ਕਰਕੇ ਕਰਦੇ ਹਨ। ਮੈਨੂੰ ਕੀ ਜ਼ਰੂਰਤ ਸੀ ਆਪਣੇ ਪਤੀ ਸਾਹਮਣੇ ਸਭ ਕੁਝ ਖੋਲ੍ਹ ਕੇ ਰੱਖਣ ਦੀ। ਕਾਸ਼ ਮੈਂ ਆਪਣੀ ਭੈਣ ਦਾ ਰਾਜ਼ ਆਪਣੇ ਕੋਲ ਹੀ ਰੱਖਿਆ ਹੁੰਦਾ ਤਾਂ ਅੱਜ ਸ਼ਾਇਦ ਇਹ ਸਭ ਨਾ ਹੁੰਦਾ। ਮੇਰੀ ਭੈਣ ਕਦੇ-ਕਦੇ ਮੇਰੇ ਘਰ ਆ ਜਾਂਦੀ। ਸਮਾਂ ਚੰਗਾ ਗੁਜ਼ਰ ਰਿਹਾ ਸੀ, ਪਰ ਮੈਂ ਆਪਣੀ ਭੈਣ ਲਈ ਕੁਝ ਕਰ ਨਹੀਂ ਪਾ ਰਹੀ ਸੀ। ਉਸਦੇ ਪਤੀ ਨੇ ਉਸਦੀ ਜ਼ਿੰਦਗੀ ਨਰਕ ਬਣਾ ਕੇ ਰੱਖੀ ਹੋਈ ਸੀ। ਫਿਰ ਮੇਰੇ ਪਤੀ ਨੂੰ 2 ਦਿਨ ਲਈ ਕਿਸੇ ਕੰਮ ਕਰਕੇ ਬਾਹਰ ਜਾਣਾ ਪਿਆ। ਇਹ ਪਹਿਲੀ ਵਾਰ ਹੋਇਆ ਸੀ ਕਿ ਮੈਨੂੰ ਆਪਣੇ ਪਤੀ ਤੋਂ ਬਿਨਾਂ ਰਹਿਣਾ ਪੈ ਰਿਹਾ ਸੀ। ਉਹਨਾਂ ਤੋਂ ਬਿਨਾਂ ਰਹਿਣਾ ਮੈਨੂੰ ਬਿਲਕੁਲ ਵੀ ਚੰਗਾ ਨਹੀਂ ਲੱਗ ਰਿਹਾ ਸੀ। ਸ਼ਾਮ ਨੂੰ ਮੇਰੀ ਭੈਣ ਮੈਨੂੰ ਮਿਲਣ ਲਈ ਆ ਗਈ। ਮੈਂ ਉਸਦੀ ਹਾਲਤ ਦੇਖ ਕੇ ਹੈਰਾਨ ਰਹਿ ਗਈ। ਉਸਦੇ ਵਾਲ ਖਿਲਰੇ ਹੋਏ, ਚਿਹਰੇ 'ਤੇ ਜ਼ਖਮਾਂ ਦੇ ਨਿਸ਼ਾਨ ਸਨ। ਉਹ ਮੈਨੂੰ ਕਹਿਣ ਲੱਗੀ ਕਿ ਮੇਰਾ ਘਰ ਖਰਾਬ ਹੋਣ ਤੋਂ ਬਚਾ ਲੈ, ਮੇਰਾ ਪਤੀ ਮੈਨੂੰ ਤਲਾਕ ਦੇਣਾ ਚਾਹੁੰਦਾ ਹੈ। ਮੈਂ ਕਿਹਾ, ਹੁਣ ਕੀ ਹੋਇਆ? ਤਾਂ ਉਹ ਕਹਿਣ ਲੱਗੀ ਕਿ ਮੈਨੂੰ ਨਾਸ਼ਤਾ ਬਣਾਉਣ ਵਿੱਚ ਦੇਰ ਹੋ ਗਈ, ਇਸ ਲਈ ਮੇਰੇ ਪਤੀ ਨੇ ਮੈਨੂੰ ਬਹੁਤ ਮਾਰਿਆ। ਹੁਣ ਉਹ ਮੈਨੂੰ ਤਲਾਕ ਦੇਣਾ ਚਾਹੁੰਦਾ ਹੈ। ਤੂੰ ਮੇਰੇ ਨਾਲ ਘਰ ਚੱਲ, ਉਸਨੂੰ ਸਮਝਾ। ਆਪਣੀ ਭੈਣ ਦੀ ਗੱਲ ਸੁਣ ਕੇ ਮੈਨੂੰ ਬਹੁਤ ਗੁੱਸਾ ਆਇਆ ਕਿ ਉਸਦਾ ਪਤੀ ਕਿੰਨਾ ਜ਼ਾਲਮ ਇਨਸਾਨ ਹੈ। ਇੰਨੀ ਕੁ ਗੱਲ 'ਤੇ ਕੌਣ ਤਲਾਕ ਦਿੰਦਾ ਹੈ? ਮੇਰਾ ਮਨ ਤਾਂ ਨਹੀਂ ਸੀ, ਉੱਪਰੋਂ ਸ਼ਾਮ ਦਾ ਸਮਾਂ, ਪਰ ਫਿਰ ਵੀ ਆਪਣੀ ਭੈਣ ਖਾਤਰ ਉਸਦੇ ਘਰ ਚਲੀ ਗਈ। ਮੈਂ ਆਪਣੀ ਭੈਣ ਦੇ ਘਰ ਪਹਿਲੀ ਵਾਰ ਆਈ ਸੀ। ਉਸਦਾ ਘਰ ਦੇਖ ਕੇ ਮੇਰਾ ਦਿਲ ਬਹੁਤ ਦੁਖੀ ਹੋ ਗਿਆ। ਮੈਂ ਸੋਚਣ ਲੱਗੀ ਕਿ ਇੰਨੇ ਛੋਟੇ ਘਰ ਵਿੱਚ ਉਹ ਕਿਸ ਤਰ੍ਹਾਂ ਰਹਿੰਦੀ ਹੋਵੇਗੀ। ਮੇਰੀ ਭੈਣ ਕਹਿਣ ਲੱਗੀ ਕਿ ਉਸਦਾ ਪਤੀ ਆਪਣੇ ਕਮਰੇ ਵਿੱਚ ਹੈ, ਤੂੰ ਅੰਦਰ ਚਲੀ ਜਾ। ਮੈਂ ਕਮਰੇ ਵਿੱਚ ਗਈ ਤਾਂ ਮੇਰਾ ਜੀਜਾ ਬਹੁਤ ਗੁੱਸੇ ਵਿੱਚ ਸੀ। ਜਦੋਂ ਮੇਰੇ ਵੱਲ ਵਧਿਆ ਤਾਂ ਮੇਰੀ ਤਾਂ ਰੂਹ ਕੰਬ ਗਈ। ਜਦੋਂ ਉਸਨੇ ਮੇਰੀ ਅੱਖਾਂ ਵਿੱਚ ਹੰਝੂ ਆ ਗਏ ਤੇ ਮੈਨੂੰ ਆਪਣਾ ਅਤੀਤ ਯਾਦ ਆ ਗਿਆ, ਜਦੋਂ ਮੇਰੀ ਭੈਣ ਨੇ ਮੈਨੂੰ ਕਮਰੇ ਵਿੱਚ ਬੰਦ ਕਰ ਦਿੱਤਾ ਸੀ। ਮੈਂ ਰੋ-ਰੋ ਕੇ ਮਾਂ ਨੂੰ ਮਦਦ ਲਈ ਪੁਕਾਰ ਰਹੀ ਸੀ, ਪਰ ਮਾਂ ਵੀ ਬਹੁਤ ਗੁੱਸੇ ਵਿੱਚ ਸੀ। ਕਹਿਣ ਲੱਗੀ ਕਿ ਤੈਨੂੰ ਕਦੇ ਇਸ ਕਮਰੇ ਵਿੱਚੋਂ ਬਾਹਰ ਨਹੀਂ ਕੱਢਾਂਗੀ, ਤੂੰ ਸਾਡੀ ਇੱਜ਼ਤ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ। ਮੈਂ ਕਿਹਾ, ਮੰਮੀ ਇੰਨੀ ਵੀ ਵੱਡੀ ਗਲਤੀ ਨਹੀਂ ਹੈ, ਤੁਸੀਂ ਮੇਰੀ ਗੱਲ ਸਮਝਣ ਦੀ ਕੋਸ਼ਿਸ਼ ਕਰੋ। ਮੰਮੀ ਕਹਿਣ ਲੱਗੀ ਕਿ ਆਪਣੀ ਬਕਵਾਸ ਬੰਦ ਕਰ। ਜਦੋਂ ਪਾਪਾ ਘਰ ਆਏ ਤਾਂ ਮੇਰੀ ਭੈਣ, ਜੋ ਕਿ ਮੈਥੋਂ 3 ਕੁ ਸਾਲ ਵੱਡੀ ਸੀ, ਤਾਂ ਉਹ ਪਾਪਾ ਨੂੰ ਮੇਰੇ ਬਾਰੇ ਕਹਿਣ ਲੱਗੀ ਕਿ ਮੈਂ ਉਹਨਾਂ ਦੀ ਇੱਜ਼ਤ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ। ਮੰਮੀ ਨੇ ਮੇਰੀ ਭੈਣ ਨੂੰ ਚੁੱਪ ਕਰਵਾਉਣ ਦੀ ਕੋਸ਼ਿਸ਼ ਵੀ ਕੀਤੀ, ਪਰ ਮੇਰੀ ਭੈਣ ਕਿੱਥੇ ਹਟਣ ਵਾਲੀ ਸੀ। ਕਹਿਣ ਲੱਗੀ, ਅੱਜ ਮੈਂ ਉਸਨੂੰ ਰੰਗੇ ਹੱਥੀਂ ਫੜ ਲਿਆ ਹੈ। ਮੈਨੂੰ ਇਹ ਸਭ ਬਰਦਾਸ਼ਤ ਨਹੀਂ ਸੀ, ਇਸ ਲਈ ਮੈਂ ਉਸਨੂੰ ਕਮਰੇ ਵਿੱਚ ਬੰਦ ਕਰ ਦਿੱਤਾ। ਉਸ ਵਰਗੀ ਔਲਾਦ ਨੂੰ ਤਾਂ ਮਰ ਹੀ ਜਾਣਾ ਚਾਹੀਦਾ ਹੈ। ਮੈਂ ਅੰਦਰ ਬੈਠੀ ਕੰਬ ਰਹੀ ਸੀ। ਕੁਝ ਦੇਰ ਬਾਅਦ ਕਮਰੇ ਦਾ ਦਰਵਾਜ਼ਾ ਖੁੱਲ੍ਹਿਆ। ਮੇਰੇ ਪਾਪਾ ਮੇਰੇ ਕੋਲ ਖੜ੍ਹੇ ਸਨ।
ਪਾਪਾ ਨੇ ਮੈਨੂੰ ਪਾਣੀ ਪਿਲਾਇਆ। ਮੈਂ ਬਹੁਤ ਡਰੀ ਹੋਈ ਸੀ। ਪਾਪਾ ਕਹਿਣ ਲੱਗੇ ਕਿ ਹੁਣ ਤੂੰ ਦੱਸ ਕਿ ਕੀ ਗੱਲ ਹੈ। ਮੈਂ ਮੁਜਰਿਮਾਂ ਦੀ ਤਰ੍ਹਾਂ ਸਿਰ ਝੁਕਾਇਆ ਹੋਇਆ ਸੀ। ਮੈਂ ਫੁੱਟ-ਫੁੱਟ ਕੇ ਰੋ ਪਈ। ਮੈਂ ਕਿਹਾ ਪਾਪਾ ਮੈਥੋਂ ਗਲਤੀ ਹੋ ਗਈ ਹੈ, ਮੈਂ ਬਹੁਤ ਬੁਰੀ ਹਾਂ। ਪਾਪਾ ਕਹਿਣ ਲੱਗੇ ਕਿ ਗੱਲ ਤਾਂ ਦੱਸ ਕੀ ਹੈ। ਮੈਂ ਕਿਹਾ ਪਾਪਾ ਮੈਂ ਫੇਸਬੁੱਕ 'ਤੇ ਇੱਕ ਮੁੰਡੇ ਨਾਲ ਗੱਲਾਂ ਕਰਨ ਲੱਗੀ ਸੀ। ਮੈਨੂੰ ਉਹ ਬਹੁਤ ਪਸੰਦ ਹੈ ਅਤੇ ਉਹ ਵੀ ਮੈਨੂੰ ਪਸੰਦ ਕਰਦਾ ਹੈ, ਇਸ ਲਈ ਮੈਂ ਉਸਦਾ ਨੰਬਰ ਲੈ ਕੇ ਉਸ ਨਾਲ ਫ਼ੋਨ 'ਤੇ ਗੱਲਾਂ ਕਰਨ ਲੱਗੀ। ਅੱਜ ਉਸਨੇ ਮੈਨੂੰ ਇਹ ਦੱਸਣ ਲਈ ਫ਼ੋਨ ਕੀਤਾ ਸੀ ਕਿ ਉਸਨੂੰ ਨੌਕਰੀ ਮਿਲ ਗਈ ਹੈ। ਪਰ ਜਦੋਂ ਮੈਂ ਉਸ ਨਾਲ ਗੱਲ ਕਰ ਰਹੀ ਸੀ ਤਾਂ ਦੀਦੀ ਨੇ ਮੈਨੂੰ ਦੇਖ ਲਿਆ ਅਤੇ ਮੇਰੇ ਹੱਥ ਵਿੱਚੋਂ ਫ਼ੋਨ ਖੋਹ ਲਿਆ ਅਤੇ ਮੁੰਡੇ ਦੀ ਆਵਾਜ਼ ਸੁਣੀ ਤਾਂ ਉਸਨੇ ਮੈਨੂੰ ਥੱਪੜ ਮਾਰ ਕੇ ਕਮਰੇ ਵਿੱਚ ਬੰਦ ਕਰ ਦਿੱਤਾ। ਮੈਂ ਇਹ ਸਭ ਕਹਿ ਕੇ ਚੁੱਪ ਕਰ ਗਈ। ਪਾਪਾ ਕਹਿਣ ਲੱਗੇ ਕਿ ਇਸ ਤਰ੍ਹਾਂ ਕਿਸੇ ਗੈਰ ਮੁੰਡੇ ਨਾਲ ਗੱਲ ਕਰਨੀ ਚੰਗੀ ਗੱਲ ਨਹੀਂ ਹੈ। ਮੈਂ ਕਿਹਾ ਪਾਪਾ ਮੈਥੋਂ ਗਲਤੀ ਹੋ ਗਈ ਹੈ, ਮੈਨੂੰ ਮਾफ़ ਕਰ ਦਿਓ। ਪਾਪਾ ਕਹਿਣ ਲੱਗੇ ਕਿ ਉਸ ਮੁੰਡੇ ਨਾਲ ਮੇਰੀ ਗੱਲ ਕਰਵਾ। ਮੈਂ ਆਪਣੀ ਭੈਣ ਤੋਂ ਫ਼ੋਨ ਲੈ ਕੇ ਪਾਪਾ ਦੀ ਗੱਲ ਪ੍ਰਦੀਪ ਨਾਲ ਕਰਵਾਈ ਤਾਂ ਪਾਪਾ ਨੇ ਉਸਨੂੰ ਆਪਣੇ ਮੰਮੀ ਪਾਪਾ ਨਾਲ ਘਰ ਆਉਣ ਲਈ ਕਿਹਾ। ਪਾਪਾ ਮੈਨੂੰ ਕਹਿਣ ਲੱਗੇ ਕਿ ਦੇਖਦੇ ਹਾਂ ਕਿ ਕਿਸ ਤਰ੍ਹਾਂ ਦੇ ਲੋਕ ਹਨ, ਪਰ ਜੇ ਉਹ ਚੰਗੇ ਨਾ ਲੱਗੇ ਤਾਂ ਕੀ ਤੂੰ ਮੇਰਾ ਫੈਸਲਾ ਸਵੀਕਾਰ ਕਰੇਂਗੀ। ਮੈਂ ਰੋਂਦੇ ਹੋਏ ਕਿਹਾ ਪਾਪਾ ਮੈਨੂੰ ਤੁਹਾਡਾ ਹਰ ਫੈਸਲਾ ਮਨਜ਼ੂਰ ਹੈ। ਮੰਮੀ ਦਾ ਵਿਵਹਾਰ ਤਾਂ ਫਿਰ ਠੀਕ ਹੋ ਗਿਆ, ਪਰ ਮੇਰੀ ਭੈਣ ਮੈਨੂੰ ਇਸ ਤਰ੍ਹਾਂ ਦੇਖ ਰਹੀ ਸੀ ਜਿਵੇਂ ਮੈਨੂੰ ਹੁਣੇ ਹੀ ਖਾ ਜਾਵੇਗੀ। ਉਹ ਬਚਪਨ ਤੋਂ ਹੀ ਮੇਰੇ ਤੋਂ ਜਲਦੀ ਸੀ ਕਿਉਂਕਿ ਮੈਂ ਉਸ ਤੋਂ ਸੋਹਣੀ ਸੀ। ਉਹ ਹਮੇਸ਼ਾ ਮੇਰੀ ਛੋਟੀ ਗਲਤੀ ਵੀ ਪਾਪਾ ਨੂੰ ਵਧਾ ਚੜ੍ਹਾ ਕੇ ਦੱਸਦੀ ਸੀ, ਪਰ ਪਾਪਾ ਮੈਨੂੰ ਹਮੇਸ਼ਾ ਆਪਣੀ ਗੱਲ ਕਹਿਣ ਦਾ ਮੌਕਾ ਜ਼ਰੂਰ ਦਿੰਦੇ ਸਨ। ਅਗਲੇ ਦਿਨ ਪ੍ਰਦੀਪ ਆਪਣੇ ਮੰਮੀ ਪਾਪਾ ਨਾਲ ਘਰ ਆਇਆ। ਉਹ ਬਹੁਤ ਚੰਗੇ ਲੋਕ ਸਨ। ਮੈਨੂੰ ਵੀ ਉਹਨਾਂ ਨਾਲ ਪਹਿਲੀ ਨਜ਼ਰ ਵਿੱਚ ਹੀ ਪਸੰਦ ਕਰ ਲਿਆ ਸੀ। ਪਾਪਾ ਨੇ ਸੋਚਣ ਲਈ ਥੋੜ੍ਹਾ ਸਮਾਂ ਲਿਆ। ਫਿਰ ਪਾਪਾ ਨੇ ਪ੍ਰਦੀਪ ਦੇ ਖਾਨਦਾਨ ਬਾਰੇ ਛਾਣਬੀਨ ਕੀਤੀ ਤਾਂ ਪਾਪਾ ਨੂੰ ਸਭ ਕੁਝ ਠੀਕ ਲੱਗਿਆ ਤਾਂ ਉਹਨਾਂ ਨੇ ਇਸ ਰਿਸ਼ਤੇ ਲਈ ਹਾਂ ਕਰ ਦਿੱਤੀ। ਇਸ ਤਰ੍ਹਾਂ ਸਾਡਾ ਰਿਸ਼ਤਾ ਪੱਕਾ ਹੋ ਗਿਆ, ਪਰ ਮੇਰੀ ਭੈਣ ਮੇਰੀ ਦੁਸ਼ਮਣ ਬਣ ਗਈ ਸੀ। ਉਸਨੇ ਹਰ ਸੰਭਵ ਕੋਸ਼ਿਸ਼ ਕੀਤੀ ਮੇਰਾ ਰਿਸ਼ਤਾ ਤੁੜਵਾਉਣ ਦੀ। ਉਹ ਮੈਨੂੰ ਪ੍ਰਦੀਪ ਦੇ ਖਿਲਾਫ ਵੀ ਭੜਕਾਉਣ ਦੀ ਕੋਸ਼ਿਸ਼ ਕਰਦੀ। ਪਾਪਾ ਨੇ ਮੇਰੀ ਭੈਣ ਲਈ ਵੀ ਰਿਸ਼ਤਾ ਲੱਭ ਲਿਆ ਸੀ। ਪਾਪਾ ਦੀਆਂ ਨਜ਼ਰਾਂ ਵਿੱਚ ਚੰਗੀ ਬਣਨ ਲਈ ਉਸਨੇ ਵੀ ਇਸ ਰਿਸ਼ਤੇ ਨੂੰ ਹਾਂ ਕਰ ਦਿੱਤੀ। ਇਸ ਤਰ੍ਹਾਂ ਸਾਡਾ ਦੋਨਾਂ ਭੈਣਾਂ ਦਾ ਵਿਆਹ ਇੱਕ ਹੀ ਦਿਨ ਹੋ ਗਿਆ। ਮੈਂ ਪ੍ਰਦੀਪ ਨਾਲ ਬਹੁਤ ਖੁਸ਼ ਸੀ, ਪਰ ਮੇਰਾ ਆਪਣੀ ਭੈਣ ਨਾਲ ਕੋਈ ਸਬੰਧ ਨਹੀਂ ਸੀ। ਸਮਾਂ ਇਸ ਤਰ੍ਹਾਂ ਹੀ ਗੁਜ਼ਰਦਾ ਗਿਆ। ਮੰਮੀ ਪਾਪਾ ਵੀ ਨਹੀਂ ਰਹੇ। ਫਿਰ ਇੱਕ ਦਿਨ ਮੇਰੀ ਭੈਣ ਨੇ ਮੈਨੂੰ ਫ਼ੋਨ ਕੀਤਾ ਅਤੇ ਮੇਰੇ ਤੋਂ ਆਪਣੀਆਂ ਗਲਤੀਆਂ ਦੀ ਮਾफ़ੀ ਮੰਗਣ ਲੱਗੀ। ਮੈਂ ਉਸਨੂੰ ਮਾफ़ ਕਰ ਦਿੱਤਾ ਸੀ। ਹੁਣ ਅਕਸਰ ਉਹ ਮੇਰੇ ਘਰ ਆ ਜਾਇਆ ਕਰਦੀ ਸੀ। ਉਹ ਬਹੁਤ ਮੁਸ਼ਕਿਲ ਹਾਲਾਤਾਂ ਵਿੱਚੋਂ ਗੁਜ਼ਰ ਰਹੀ ਸੀ। ਉਸਦਾ ਪਤੀ ਉਸਨੂੰ ਰੋਜ਼ ਮਾਰਦਾ ਸੀ। ਆਪਣੀ ਭੈਣ ਦੀਆਂ ਗੱਲਾਂ ਸੁਣ ਕੇ ਮੈਂ ਵੀ ਉਦਾਸ ਹੋ ਜਾਇਆ ਕਰਦੀ ਸੀ, ਪਰ ਜਦੋਂ ਪ੍ਰਦੀਪ ਨੂੰ ਪਤਾ ਚੱਲਿਆ ਕਿ ਮੇਰੀ ਭੈਣ ਘਰ ਆਈ ਸੀ ਤਾਂ ਉਸਨੂੰ ਬਹੁਤ ਗੁੱਸਾ ਆਇਆ। ਉਹਨਾਂ ਨੇ ਕਿਹਾ ਸੀ ਕਿ ਤੇਰੀ ਭੈਣ ਦੀ ਨੀਅਤ ਚੰਗੀ ਨਹੀਂ ਹੈ, ਪਰ ਮੈਂ ਉਹਨਾਂ ਦੀ ਗੱਲ ਨੂੰ ਅਣਸੁਣਿਆ ਕਰ ਦਿੰਦੀ। ਮੈਨੂੰ ਲੱਗਦਾ ਸੀ ਕਿ ਮੇਰੀ ਭੈਣ ਬਦਲ ਚੁੱਕੀ ਹੈ। ਹੁਣ ਜਦੋਂ ਮੇਰੀ ਭੈਣ ਨੇ ਮੈਨੂੰ ਆਪਣੇ ਪਤੀ ਦੇ ਕਮਰੇ ਵਿੱਚ ਭੇਜ ਕੇ ਦਰਵਾਜ਼ਾ ਬੰਦ ਕਰ ਦਿੱਤਾ ਤਾਂ ਮੈਨੂੰ ਪ੍ਰਦੀਪ ਦੀਆਂ ਗੱਲਾਂ ਯਾਦ ਆਉਣ ਲੱਗੀਆਂ। ਉਹ ਸੱਚ ਹੀ ਕਹਿੰਦੇ ਸਨ। ਮੈਂ ਬਹੁਤ ਡਰ ਗਈ ਸੀ। ਜਦੋਂ ਮੇਰਾ ਜੀਜਾ ਮੇਰੇ ਵੱਲ ਵਧਿਆ ਤਾਂ ਮੈਂ ਘਬਰਾ ਗਈ ਸੀ, ਪਰ ਉਹ ਮੈਨੂੰ ਕਹਿਣ ਲੱਗੇ ਕਿ ਘਬਰਾ ਨਾ, ਤੂੰ ਮੇਰੀ ਭੈਣਾਂ ਵਰਗੀ ਹੈ, ਮੈਂ ਤੈਨੂੰ ਘਰ ਛੱਡ ਆਉਂਦਾ ਹਾਂ। ਮੈਨੂੰ ਹੈਰਾਨੀ ਹੋਈ। ਮੈਂ ਕਿਹਾ ਮੈਂ ਤੁਹਾਡਾ ਕਿਵੇਂ ਯਕੀਨ ਕਰ ਸਕਦੀ ਹਾਂ। ਮੇਰੀ ਭੈਣ ਦੀ ਜ਼ਿੰਦਗੀ ਤਾਂ ਤੁਸੀਂ ਬਰਬਾਦ ਕਰ ਦਿੱਤੀ ਹੈ। ਉਸ 'ਤੇ ਇੰਨਾ ਜ਼ੁਲਮ ਕਰਦੇ ਹੋ। ਉਸਨੇ ਠੰਡਾ ਹੌਕਾ ਲਿਆ ਅਤੇ ਕਿਹਾ ਕਿ ਜ਼ਿੰਦਗੀ ਤਾਂ ਮੇਰੀ ਬਰਬਾਦ ਕਰ ਦਿੱਤੀ ਹੈ ਤੇਰੀ ਭੈਣ ਨੇ। ਉਹ ਹਰ ਸਮੇਂ ਮੇਰੇ 'ਤੇ ਝੂਠੇ ਇਲਜ਼ਾਮ ਲਾਉਂਦੀ ਹੈ। ਮੈਂ ਅੱਜ ਤੱਕ ਉਸਨੇ ਹੱਥ ਨਹੀਂ ਉਠਾਇਆ। ਉਹ ਖੁਦ ਹੀ ਆਪਣੇ ਆਪ ਨੂੰ ਜ਼ਖਮੀ ਕਰ ਲੈਂਦੀ ਹੈ। ਮੈਨੂੰ ਨਹੀਂ ਪਤਾ ਉਹ ਕਿਸ ਨੀਅਤ ਨਾਲ ਤੇਰੇ ਘਰ ਜਾਂਦੀ ਹੈ। ਅੱਜ ਮੈਨੂੰ ਕਹਿਣ ਲੱਗੀ ਕਿ ਤੇਰੇ ਲਈ ਇੱਕ ਤੋਹਫ਼ਾ ਛੱਡ ਕੇ ਚੱਲੀ ਹਾਂ। ਮੈਂ ਤਾਂ ਸੋਚ ਵੀ ਨਹੀਂ ਸਕਦਾ ਸੀ ਕਿ ਉਹ ਤੇਰੇ ਬਾਰੇ ਗੱਲ ਕਰ ਰਹੀ ਸੀ। ਮੈਂ ਉਸਨੂੰ ਤਲਾਕ ਦੇਣ ਬਾਰੇ ਬਹੁਤ ਸੋਚਿਆ, ਪਰ ਹਰ ਵਾਰ ਤੇਰੇ ਮਾਂ-ਪਿਓ ਦਾ ਚਿਹਰਾ ਮੇਰੇ ਮੂਹਰੇ ਆ ਜਾਂਦਾ। ਅਸਲ ਗੱਲ ਤਾਂ ਇਹ ਹੈ ਕਿ ਪਹਿਲਾਂ ਮੇਰੀ ਆਮਦਨੀ ਚੰਗੀ ਸੀ। ਮੈਂ ਤੇਰੀ ਭੈਣ ਦੀ ਹਰ ਇੱਛਾ ਪੂਰੀ ਕਰਦਾ ਸੀ, ਪਰ ਹੁਣ ਮੇਰਾ ਕੰਮ ਚੰਗਾ ਨਹੀਂ ਚੱਲ ਰਿਹਾ। ਹੁਣ ਉਹ ਖੁਦ ਮੈਥੋਂ ਤਲਾਕ ਲੈਣਾ ਚਾਹੁੰਦੀ ਹੈ। ਹੁਣ ਤਾਂ ਮੈਨੂੰ ਵੀ ਕੋਈ ਇਤਰਾਜ਼ ਨਹੀਂ ਹੈ। ਉਸਨੂੰ ਤਲਾਕ ਦੇ ਕੇ ਥੋੜ੍ਹਾ ਸਕੂਨ ਹਾਸਲ ਕਰਨਾ ਚਾਹੁੰਦਾ ਹਾਂ। ਮੈਂ ਮੇਰੇ ਜੀਜੇ ਨਾਲ ਆਪਣੇ ਘਰ ਆ ਗਈ, ਪਰ ਸਾਹਮਣੇ ਦਾ ਨਜ਼ਾਰਾ ਦੇਖ ਕੇ ਅਸੀਂ ਦੋਨੋਂ ਹੈਰਾਨ ਰਹਿ ਗਏ। ਮੇਰੀ ਭੈਣ ਪ੍ਰਦੀਪ ਨੂੰ ਮੇਰੇ ਖਿਲਾਫ ਭੜਕਾਉਣ ਦੀ ਕੋਸ਼ਿਸ਼ ਕਰ ਰਹੀ ਸੀ। ਜਦੋਂ ਉਸਨੇ ਸਾਨੂੰ ਦੇਖਿਆ ਤਾਂ ਉਹ ਘਬਰਾ ਗਈ। ਮੇਰੇ ਪਤੀ ਮੈਨੂੰ ਪੁੱਛਣ ਲੱਗੇ ਕਿ ਤੂੰ ਕਿੱਥੇ ਗਈ, ਤਾਂ ਮੈਂ ਉਸਦੇ ਸਾਰੇ ਸਵਾਲਾਂ ਦੇ ਜਵਾਬ ਮੇਰੇ ਜੀਜੇ ਨੇ ਦੇ ਦਿੱਤੇ। ਪ੍ਰਦੀਪ ਕਹਿਣ ਲੱਗੇ ਕਿ ਮੈਂ ਪਹਿਲਾਂ ਹੀ ਕਿਹਾ ਸੀ ਕਿ ਤੇਰੀ ਭੈਣ ਭਰੋਸੇ ਦੇ ਲਾਇਕ ਨਹੀਂ ਹੈ। ਇਹ ਚਾਹੁੰਦੀ ਸੀ ਕਿ ਮੈਂ ਤੈਨੂੰ ਛੱਡ ਕੇ ਇਸ ਨਾਲ ਵਿਆਹ ਕਰਵਾ ਲਵਾਂ, ਇਸ ਲਈ ਤੇਰੇ 'ਤੇ ਝੂਠੇ ਇਲਜ਼ਾਮ ਲਗਾ ਰਹੀ ਸੀ। ਮੈਂ ਆਪਣੀ ਭੈਣ ਦੇ ਮੂੰਹ 'ਤੇ ਇੱਕ ਥੱਪੜ ਜੜ ਦਿੱਤਾ। ਮੇਰੀ ਭੈਣ ਦਾ ਤਲਾਕ ਹੋ ਗਿਆ ਸੀ ਅਤੇ ਹੁਣ ਉਹ ਭੂਆ ਦੇ ਘਰ ਰਹਿੰਦੀ ਹੈ। ਉਹਨਾਂ ਦਾ ਸਾਰਾ ਕੰਮ ਕਰਦੀ ਹੈ, ਫਿਰ ਉਸਨੂੰ ਰੋਟੀ ਖਾਣ ਨੂੰ ਮਿਲਦੀ ਹੈ। ਇਹ ਸਭ ਸੁਣ ਕੇ ਮੈਨੂੰ ਬਹੁਤ ਦੁੱਖ ਹੁੰਦਾ ਹੈ। ਕਦੇ ਕਦੇ ਦਿਲ ਕਰਦਾ ਹੈ ਉਸਨੂੰ ਮਾफ़ ਕਰ ਦੇਵਾਂ ਅਤੇ ਆਪਣੇ ਘਰ ਲੈ ਆਵਾਂ, ਪਰ ਡਰ ਵੀ ਲੱਗਦਾ ਹੈ ਕਿਤੇ ਉਹ ਫਿਰ ਤੋਂ ਮੈਨੂੰ ਬਰਬਾਦ ਕਰਨ ਦੀ ਕੋਸ਼ਿਸ਼ ਨਾ ਕਰੇ, ਕਿਉਂਕਿ ਉਹ ਸ਼ੁਰੂ ਤੋਂ ਹੀ ਮੇਰੇ ਤੋਂ ਜਲਦੀ ਆਈ ਹੈ। ਪਰ ਮੈਂ ਫਿਰ ਵੀ ਰੱਬ ਅੱਗੇ ਉਸ ਲਈ ਦੁਆ ਕਰਦੀ ਹਾਂ ਕਿ ਰੱਬ ਉਸਦੀ ਜ਼ਿੰਦਗੀ ਵਿੱਚ ਖੁਸ਼ੀਆਂ ਦੇ ਦੇਵੇ।
ਤਾਂ ਦੋਸਤੋ ਇਹ ਸੀ ਅੱਜ ਦੀ ਕਹਾਣੀ। ਉਮੀਦ ਕਰਦੇ ਹਾਂ ਤੁਹਾਨੂੰ ਪਸੰਦ ਆਈ ਹੋਵੇਗੀ। ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ ਅਤੇ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰਿਓ।